ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ। ਭਾਈ ਕਰੋੜੀਆ ਕਾਬਲ ਦਾ ਵਸਨੀਕ ਸੀ ਤੇ ਮੁਸਲਮਾਨੀ ਦੇਸ਼ਾਂ ਵਿੱਚ ਘੋੜਿਆਂ ਦਾ ਵਪਾਰ ਕਰਿਆ ਕਰਦਾ ਸੀ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਭਗਤ ਸੀ। ਉਹ 2-3 ਸਾਲ ਪਿੱਛੋਂ ਜ਼ਰੂਰ ਭਾਰਤ ਆਉਂਦਾ ਤੇ ਗੁਰੂ ਘਰ ਤੇ ਹੋਰ ਤੀਰਥਾਂ ਦੀ ਯਾਤਰਾ ਕਰਦਾ। ਜਿਸ ਵੇਲੇ ਉਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਰੱਖਦੇ ਹਨ, ਘੋੜੇ ਦੀ ਭੇਟਾ ਪ੍ਰਸੰਨਤਾ ਨਾਲ ਪ੍ਰਵਾਨ ਕਰਦੇ ਹਨ, ਤਾਂ ਉਹਨਾਂ ਦਰਿਆਈ ਘੋੜੇ ਦੇ 2 ਪੁੱਤਰ ਪ੍ਰੇਮ ਤੇ ਮਿਹਨਤ ਨਾਲ ਪਾਲੇ। ਉਹ ਦੋਵੇਂ ਘੋੜੇ ਸਕੇ ਭਾਈ ਸਨ ਤੇ ਇਕੱਠੇ ਰਹਿੰਦੇ ਸਨ। 3 ਸਾਲ ਉਹਨਾਂ ਘੋੜਿਆਂ ਦੀ ਸੇਵਾ ਕੀਤੀ ਤੇ ਮਨ ਵਿੱਚ ਇਹ ਅਰਦਾਸ ਕੀਤੀ ਕਿ ਇਹ ਘੋੜੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੁਖੀ ਸਾਂਦੀ ਪਹੁੰਚ ਜਾਣ। ਕਾਬਲ ਤੋਂ ਕੰਧਾਰ ਦੀ ਸੰਗਤ ਇਕੱਠੀ ਹੋ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਪੰਜਾਬ ਆਈ। ਭਾਈ ਕਰੋੜੀਆ ਵੀ ਉਹਨਾਂ ਦੇ ਨਾਲ ਆਇਆ। ਉਸ ਦੇ ਕੋਲ ਦਰਿਆਈ ਘੋੜੇ ਵੀ ਸਨ ਤੇ ਹੋਰ ਘੋੜੇ ਵੇਚਣ ਵਾਸਤੇ ਵੀ ਸਨ। ਜਿਸ ਵੇਲੇ ਸੰਗਤ ਲਾਹੌਰ ਪਹੁੰਚੀ ਤਾਂ ਭਾਈ ਕਰੋੜੀਏ ਦੇ ਘੋੜੇ ਦੇਖਣ ਵਾਸਤੇ ਲਾਹੌਰ ਦੇ ਹਾਕਮ ਆਏ। ਉਹਨਾਂ ਨੇ ਕੁਝ ਘੋੜੇ ਖਰੀਦੇ। ਜਦੋਂ ਉਹਨਾਂ ਦੀ ਨਿਗਾਹ ਦਰਿਆਈ ਘੋੜਿਆਂ ਦਾ ਜੋੜਾ ਪਿਆ ਤਾਂ ਉਹਨਾਂ ਦਾ ਮਨ ਬੇਈਮਾਨ ਹੋ ਗਿਆ। ਸੂਬਾ ਕਾਸਮ ਬੇਗ ਤਾਂ ਘੋੜਿਆਂ ਦੀ ਸੂਰਤ ਦੇਖ ਕੇ ਦੰਗ ਰਹਿ ਗਿਆ। ਉਸਨੇ ਭਾਈ ਕਰੋੜੀਏ ਨੂੰ ਕਿਹਾ ਕਿ ਉਹ ਦੋਵੇਂ ਘੋੜੇ ਉਸ ਨੂੰ ਦੇ ਦੇਵੇ। ਪਰ ਭਾਈ ਕਰੋੜੀਏ ਨੇ ਬੇਨਤੀ ਕੀਤੀ, ਇਹ ਘੋੜੇ ਸਤਿਗੁਰੂ ਜੀ ਦੀ ਭੇਟਾ ਕਰਨੇ ਹਨ, ਉਹਨਾਂ ਦੇ ਨਿਮਿਤ ਪਾਲੇ ਗਏ ਹਨ। ਇਹ ਕਿਸੇ ਕੀਮਤ ਤੇ ਵੀ ਮੈਂ ਨਾ ਵੇਚ ਸਕਦਾ ਹਾਂ ਤੇ ਨਾ ਦੇ ਸਕਦਾ ਹਾਂ। ਇਹ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਕੀਤੇ ਜਾਣਗੇ। ਪਰ ਮੁਗਲ ਹਾਕਮ ਉਸ ਵੇਲੇ ਹੰਕਾਰੀ ਤੇ ਆਪ ਹੁਦਰੇ ਸਨ। ਉਹ ਖੁਦਾ ਦੀ ਪਰਵਾਹ ਨਹੀਂ ਸਨ ਕਰਦੇ। ਕਾਸਮ ਬੇਗ ਨੇ ਭਾਈ ਕਰੋੜੀਏ ਪਾਸੋਂ ਮੱਲੋ ਮੱਲੀ ਘੋੜੇ ਖੋਹ ਕੇ ਆਪਣੇ ਤਬੇਲੇ ਵਿੱਚ ਬਣਾ ਲਏ। ਭਾਈ ਕਰੋੜੀਏ ਨੇ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਜੀ ਦੇ ਘੋੜੇ ਨਾ ਰੱਖੇ ਜਾਣ, ਪਰ ਉਸ ਦੀਆਂ ਬੇਨਤੀਆਂ ਨੂੰ ਕਿਸੇ ਨਾ ਸੁਣਿਆ। ਉਹ ਸਾਰੀ ਪੂੰਜੀ ਖੁਆ ਕੇ ਰੋਂਦਾ ਹੋਇਆ ਸਤਿਗੁਰੂ ਜੀ ਦੇ ਹਜ਼ੂਰ ਆ ਹਾਜ਼ਰ ਹੋਇਆ। ਉਸ ਨੇ ਨੇਤਰਾਂ ਵਿੱਚੋਂ ਹੰਝੂ ਕੇਰਦਿਆਂ ਹੋਇਆਂ ਆਖਿਆ, ਹੇ ਦਾਤਾ, ਮੇਰੇ ਨਾਲ ਧੱਕਾ ਹੋਇਆ ਹੈ। ਮੈਂ ਆਪ ਵਾਸਤੇ ਘੋੜੇ ਲਿਆਂਦੇ ਸਨ, ਪਰ ਉਹ ਸੂਬੇ ਕਾਸਮ ਬੇਗ ਨੇ ਖੋਹ ਲਏ ਹਨ। ਸਤਿਗੁਰੂ ਜੀ ਨੇ ਭਾਈ ਕਰੋੜੀਏ ਨੂੰ ਹੌਸਲਾ ਦਿੰਦਿਆਂ ਹੋਇਆਂ ਆਖਿਆ, ਜੇ ਉਹ ਘੋੜੇ ਅਸਾਂ ਵਾਸਤੇ ਲਿਆਂਦੇ ਸਨ ਤਾਂ ਉਹ ਜ਼ਰੂਰ ਅਸਾਂ ਕੋਲ ਆ ਜਾਣਗੇ। ਸਤਿਗੁਰੂ ਨਾਨਕ ਦੇਵ ਜੀ ਮਿਹਰ ਕਰਨਗੇ। ਅਸੀਂ ਪ੍ਰਸੰਨ ਹਾਂ। ਤੇਰੀ ਭੇਟਾ ਅਸਾਂ ਕੋਲ ਆ ਪੁੱਜੀ। ਕਰਤਾਰ ਭਲੀ ਕਰੇਗਾ। ਸਤਿਗੁਰੂ ਜੀ ਦੇ ਦਰਬਾਰ ਵਿੱਚ ਭਾਈ ਬਿਧੀ ਚੰਦ ਸੀ। ਇਹ ਮਾਝੇ ਦੇ ਪਿੰਡ ਸੁਰ ਸਿੰਘ ਦਾ ਰਹਿਣ ਵਾਲਾ ਦਲੇਰ ਜੱਟ ਸੀ। ਮੌਤ ਤੇ ਡਰ ਨੂੰ ਮਖੌਲ ਕਰਿਆ ਕਰਦਾ ਸੀ। ਦਲੇਰੀ ਤੇ ਬਹਾਦਰੀ ਦੇ ਨਾਲ ਅਕਲਵੰਦ ਵੀ ਬਹੁਤ ਸੀ। ਘਰ ਤੇ ਦੁਨੀਆ ਦੇ ਧੰਦੇ ਛੱਡ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਹੀ ਰਹਿੰਦਾ ਸੀ। ਗੁਰੂ ਜੀ ਨੇ ਜੋ ਸੈਨਾ ਤਿਆਰ ਕੀਤੀ ਸੀ, ਉਸ ਸੈਨਾ ਦਾ ਸਿਰਲੱਥ ਸੈਨਿਕ ਸੀ। ਜਿਸ ਸਮੇਂ ਸਤਿਗੁਰੂ ਜੀ ਦੇ ਸਨਮੁਖ ਭਾਈ ਕਰੋੜੀਏ ਨੇ ਘੋੜਿਆਂ ਦੀ ਕਥਾ ਸਤਿਗੁਰੂ ਜੀ ਨੂੰ ਸੁਣਾਈ, ਉਸ ਸਮੇਂ ਭਾਈ ਬਿਧੀ ਚੰਦ ਸਤਿਗੁਰੂ ਜੀ ਦੇ ਪਾਸ ਬੈਠੇ ਸਨ। ਭਾਈ ਬਿਧੀ ਚੰਦ ਨੇ ਝਟ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਨੂੰ ਆਗਿਆ ਹੋਵੇ ਤਾਂ ਮੈਂ ਘੋੜੇ ਲਾਹੌਰੋਂ ਲੈ ਆਵਾਂ। ਆਪਣੀ ਚੀਜ਼ ਕਿਸੇ ਕੋਲੋਂ ਲਿਆਉਣੀ ਕੋਈ ਪਾਪ ਨਹੀਂ। ਸਤਿਗੁਰੂ ਜੀ ਸਹਿਜ ਸੁਭਾਅ ਬੋਲੇ, ਘੋੜੇ ਸ਼ਾਹੀ ਤਬੇਲੇ ਵਿੱਚ ਹਨ, ਉਥੋਂ ਲਿਆਉਣੇ ਸੌਖੇ ਨਹੀਂ। ਤੂੰ ਇਕੱਲਾ ਕਿਸ ਤਰ੍ਹਾਂ ਲਿਆਵੇਂਗਾ? ਸੱਚੇ ਪਾਤਸ਼ਾਹ, ਆਪ ਦੀ ਸ਼ਕਤੀ ਨਾਲ ਕਰਤਾਰ ਮੇਰੀ ਸਹਾਇਤਾ ਕਰੇਗਾ। ਭਾਈ ਬਿਧੀ ਚੰਦ ਦਾ ਉੱਤਰ ਸੀ, ਜਿਵੇਂ ਭਾਣਾ ਕਰਤਾਰ ਦਾ ਸਤਿਗੁਰੂ ਜੀ ਨੇ ਬਚਨ ਕੀਤਾ। ਭਾਈ ਬਿਧੀ ਚੰਦ ਨੇ ਮੱਥਾ ਟੇਕਿਆ ਤੇ ਉਸੇ ਵੇਲੇ ਲਾਹੌਰ ਨੂੰ ਪੈਦਲ ਹੀ ਤੁਰ ਪਿਆ। ਸ਼ਾਹੀ ਤਬੇਲੇ ਤੱਕ ਪੁੱਜਣ ਦੀ ਇਹ ਵਿਉਂਤ ਬਣਾਈ ਕਿ ਰੰਬੇ ਨਾਲ ਖੇਤਾਂ ਵਿੱਚੋਂ ਹਰਿਆ ਖੱਬਲ ਘਾਹ ਖੋਤਿਆ ਜਾਵੇ। ਉਸ ਘਾਹ ਨੂੰ ਝਾੜ ਕੇ ਧੋਤਾ ਤੇ ਪੰਡ ਬੰਨ ਕੇ ਸ਼ਾਹੀ ਤਬੇਲੇ ਦੇ ਲਾਗੇ ਜਾ ਖਲੋਤਾ।
ਘੋੜਿਆਂ ਦੇ ਨਿਗਰਾਨ ਦਰੋਗੇ ਨੇ ਜਾਂ ਘਾਹ ਨੂੰ ਦੇਖਿਆ ਤਾਂ ਉਸਨੇ ਪੁੱਛਿਆ, ਕਿਉਂ ਭਾਈ, ਘਾਹ ਦੇ ਕਿੰਨੇ ਪੈਸੇ ਲੈਣੇ ਈ? ਬਿਧੀ ਚੰਦ ਦਾ ਉੱਤਰ, ਸੱਚੇ ਪਾਤਸ਼ਾਹ ਦੇ ਦਰਿਆਈ ਘੋੜਿਆਂ ਨੂੰ ਮੁਫਤ ਪਾਉਣੇ ਹਨ। ਘੋੜਿਆਂ ਦਾ ਦਰਸ਼ਨ ਹੀ ਘਾਹ ਦਾ ਮੁੱਲ ਹੈ। ਭਾਈ ਬਿਧੀ ਚੰਦ ਨੇ ਉੱਤਰ ਦਿੱਤਾ। ਦਰੋਗਾ ਭਾਈ ਬਿਧੀ ਚੰਦ ਦੇ ਭਾਵ ਨੂੰ ਨਹੀਂ ਸਮਝ ਸਕਿਆ। ਉਸਨੇ ਜਾਤਾ ਕਿ ਸ਼ਾਇਦ ਕਾਸਮ ਬੇਗ ਨੂੰ ਹੀ ਸੱਚਾ ਪਾਤਸ਼ਾਹ ਬਣਾ ਰਿਹਾ ਹੈ। ਉਸਨੇ ਝੱਟ ਕਹਿ ਦਿੱਤਾ, ਚੱਲ ਘਾਹ ਦੀ ਪੰਡ ਅੰਦਰ ਲੈ ਚੱਲ, ਮੈਂ ਤੈਨੂੰ ਘੋੜਿਆਂ ਦੇ ਦਰਸ਼ਨ ਕਰਾਉਂਦਾ ਹਾਂ। ਭਾਈ ਬਿਧੀ ਚੰਦ ਘਾਹ ਦੀ ਪੰਡ ਲੈ ਕੇ ਤਬੇਲੇ ਵਿੱਚ ਚੱਲਿਆ ਗਿਆ। ਸਾਰਾ ਘਾਹ ਘੋੜਿਆਂ ਦੇ ਅੱਗੇ ਪਾ ਦਿੱਤਾ। ਉਹ ਪ੍ਰੇਮ ਨਾਲ ਖਾਣ ਲੱਗੇ। ਆਪ ਬਿਧੀ ਚੰਦ ਪਹਿਲਾਂ ਘੋੜਿਆਂ ਨੂੰ ਨਮਸਕਾਰ ਕੀਤੀ, ਫਿਰ ਹੱਥ ਫੇਰ ਕੇ ਸੇਵਾ ਕੀਤੀ, ਨਾਲ ਜ਼ਬਾਨੋਂ ਘੋੜਿਆਂ ਦੀ ਉਸਤਤ ਕੀਤੀ। ਦਰੋਗਾ ਬਹੁਤ ਖੁਸ਼ ਹੋਇਆ ਕਿ ਇਹ ਚੰਗਾ ਬੰਦਾ ਹੈ ਜੋ ਘੋੜਿਆਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹੈ। ਉਸਨੇ ਭਾਈ ਬਿਧੀ ਚੰਦ ਨੂੰ ਸਵਾ ਕਰਨੋਂ ਨਹੀਂ ਰੋਕਿਆ। ਭਾਈ ਬਿਧੀ ਚੰਦ ਜੀ ਨੇ ਦੇਖਿਆ ਦਰੋਗਾ ਇਕੱਲਾ ਤਬੇਲੇ ਵਿੱਚ ਹੈ, ਬਾਕੀ ਸਾਰੇ ਨੌਕਰ ਚਾਕਰ ਇੱਧਰ ਉੱਧਰ ਖਿਲਰੇ ਹੋਏ ਹਨ, ਤਾਂ ਉਹ ਘੋੜੇ ਦਾ ਰੱਸਾ ਖੋਲ ਕੇ ਘੋੜੇ ਦੇ ਉੱਪਰ ਚੜ ਬੈਠਾ। ਦਰੋਗੇ ਨੇ ਜਦੋਂ ਦੇਖਿਆ ਕਿ ਕਾਹੀ ਘੋੜੇ ਉੱਪਰ ਚੜ ਬੈਠਾ ਹੈ ਤਾਂ ਉਹ ਨੱਸ ਕੇ ਅੱਗੇ ਹੋਇਆ ਤੇ ਗੁੱਸੇ ਨਾਲ ਕਹਿਣ ਲੱਗਾ, ਇਹ ਕੀ ਕਰਦਾ ਹੈ? ਸੂਬੇਦਾਰ ਤਾਂ ਘਾਣ ਬੱਚਾ ਫੜਾ ਦੇਵੇਗਾ, ਉੱਤਰ ਹੇਠਾਂ। ਪਰ ਜਿਉਂ ਹੀ ਦਰੋਗਾ ਭਾਈ ਬਿਧੀ ਚੰਦ ਦੇ ਨੇੜੇ ਹੋਇਆ, ਤਿਉਂ ਹੀ ਭਾਈ ਸਾਹਿਬ ਨੇ ਇੱਕ ਧੱਕਾ ਉਸ ਨੂੰ ਮਾਰਿਆ ਤੇ ਪਰੇ ਸੁੱਟ ਦਿੱਤਾ। ਆਪ ਘੋੜੇ ਨੂੰ ਅੱਡੀ ਮਾਰ ਕੇ ਘੋੜੇ ਨੂੰ ਨਸਾ ਲਿਆ। ਘੋੜਾ ਇੰਨੇ ਜ਼ੋਰ ਨਾਲ ਨੱਠਿਆ ਕਿ ਕੋਈ ਉਸ ਨੂੰ ਫੜ ਨਾ ਸਕਿਆ। ਸਾਰੇ ਇੱਕ ਦੂਜੇ ਦਾ ਮੂੰਹ ਦੇਖਦੇ ਹੀ ਰਹਿ ਗਏ। ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਸਤਿਗੁਰੂ ਜੀ ਦੇ ਕੋਲ ਪਹੁੰਚ ਗਏ। ਅੱਗੇ ਭਾਈ ਕਰੋੜੀਆ ਸਤਿਗੁਰੂ ਜੀ ਦੇ ਕੋਲ ਸੀ। ਉਹ ਘੋੜੇ ਨੂੰ ਦੇਖ ਕੇ ਬਹੁਤ ਹੀ ਪ੍ਰਸੰਨ ਹੋਇਆ ਤੇ ਉਸਨੇ ਭਾਈ ਬਿਧੀ ਚੰਦ ਦੀ ਬਹੁਤ ਹੀ ਵਡਿਆਈ ਕੀਤੀ। ਧੰਨ ਹਨ ਸਤਿਗੁਰੂ ਜੀ ਤੇ ਧੰਨ ਹਨ ਸਤਿਗੁਰਾਂ ਦੇ ਸਿੱਖ, ਜੋ ਸ਼ਾਹੀ ਹਾਕਮਾਂ ਪਾਸੋਂ ਵੀ ਨਹੀਂ ਡਰਦੇ। ਭਾਈ ਕਰੋੜੀਏ ਦਾ ਬਚਨ ਸੀ, ਦੂਜਾ ਘੋੜਾ ਲੈ ਕੇ ਆਉਣਾ। ਜਿਹੜਾ ਘੋੜਾ ਸਤਿਗੁਰੂ ਜੀ ਦੇ ਦਰਬਾਰ ਵਿੱਚ ਪੁੱਜਾ, ਉਹ ਆਪਣੇ ਵੀਰ ਕੋਲੋਂ ਵਿਛੜ ਕੇ ਉਧਰ ਗਿਆ। ਉਸਨੇ ਜਲ ਪੀਣਾ ਤੇ ਘਾਹ ਖਾਣਾ ਛੱਡ ਦਿੱਤਾ। ਭਾਈ ਜੇਠਾ ਜੀ ਘੋੜਿਆਂ ਦੀ ਦੇਖਭਾਲ ਉੱਪਰ ਸਨ। ਉਹਨਾਂ ਨੇ ਸਤਿਗੁਰੂ ਜੀ ਪਾਸ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਦਰਿਆਈ ਘੋੜਾ ਪੱਠੇ ਨਹੀਂ ਖਾਂਦਾ। ਉਹ ਦੂਸਰੇ ਘੋੜੇ ਦੇ ਵਿਜੋਗ ਵਿੱਚ ਦੁਖੀ ਹੈ ਤੇ ਵਿਰਾਗ ਨਾਲ ਅੱਖਾਂ ਵਿੱਚੋਂ ਨੀਰ ਵਗਾ ਰਿਹਾ ਹੈ। ਅੰਤਰਜਾਮੀ ਸਤਿਗੁਰੂ ਜੀ ਬੇਜ਼ਬਾਨ ਜਾਨਵਰ ਦੇ ਦਿਲ ਦੇ ਦੁੱਖ ਨੂੰ ਜਾਣ ਗਏ। ਉਹਨਾਂ ਨੇ ਭਾਈ ਬਿਧੀ ਚੰਦ ਨੂੰ ਬਚਨ ਕੀਤਾ, ਬਿਧੀ ਚੰਦ, ਇਹ ਘੋੜਾ ਬਚਪਨ ਤੋਂ ਇੱਕ ਦੂਸਰੇ ਤੋਂ ਵੱਖ ਨਹੀਂ ਸਨ ਹੋਏ, ਹੁਣ ਵਿਛੜ ਕੇ ਦੁਖੀ ਹਨ। ਜਾਂ ਇਸ ਨੂੰ ਉੱਥੇ ਛੱਡਿਆ ਜਾਂ ਦੂਸਰੇ ਘੋੜੇ ਨੂੰ ਵੀ ਲੈ ਆ। ਬੇਜ਼ਬਾਨ ਜਾਨਵਰਾਂ ਨੂੰ ਦੁਖੀ ਕਰਨਾ ਚੰਗਾ ਨਹੀਂ ਹੈ। ਇਹ ਸੁਣ ਕੇ ਭਾਈ ਬਿਧੀ ਚੰਦ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਲਾਹੌਰ ਨੂੰ ਚਾਲੇ ਪਾਏ। ਸਤਿਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਬਹੋੜੂ ਦੇ ਘਰ ਆ ਉਤਾਰਾ ਕੀਤਾ। ਉਸ ਦੇ ਘਰੋਂ ਕੱਪੜੇ ਲੈ ਕੇ ਮੁਸਲਮਾਨ ਫਕੀਰਾਂ ਵਾਲਾ ਭੇਸ ਧਾਰਨ ਕੀਤਾ। ਬਣ ਬੈਠਾ ਨਜੂਮੀਆਂ ਫਿਰਦੇ ਫਿਰਾਂਦੇ ਸ਼ਾਹੀ ਤਬੇਲੇ ਦੇ ਕੋਲ ਆ ਗਿਆ। ਅੱਗੇ ਦਰੋਗਾ ਉਦਾਸ ਫਿਰਦਾ ਸੀ। ਉਸਨੇ ਜਦੋਂ ਦੇਖਿਆ ਕਿ ਰੱਬੀ ਨੂਰ ਚਿਹਰੇ ਵਾਲਾ ਅੱਲਾ ਦਾ ਫਕੀਰ ਨਜੂਮੀਆਂ ਫਿਰਦਾ ਹੈ ਤੇ ਹਰ ਇੱਕ ਦੇ ਦਿਲ ਦੀ ਗੱਲ ਦੱਸਦਾ ਹੈ ਤੇ ਉਹ ਵੀ ਪੁੱਛ ਲਵੇ, ਉਸਨੇ ਅੱਗੇ ਹੋ ਕੇ ਭਾਈ ਬਿਧੀ ਚੰਦ ਨੂੰ ਰੋਕਿਆ ਤੇ ਸਲਾਮ ਕਰਕੇ ਕਿਹਾ, ਹੇ ਅੱਲਾ ਦੇ ਪਾਕ ਬੰਦੇ, ਮੈਨੂੰ ਨਜੂਮ ਲਾ ਕੇ ਦੱਸ ਕਿ ਸ਼ਾਹੀ ਘੋੜੇ ਨੂੰ ਕੌਣ ਲੈ ਗਿਆ ਹੈ ਤੇ ਘੋੜਾ ਹੁਣ ਕਿੱਥੇ ਹੈ? ਘੋੜੇ ਨੂੰ ਚੋਰੀ ਹੋਇਆ ਅੱਜ ਚੌਥੇ ਦਿਨ ਹੋ ਗਏ ਹਨ। ਇਨਾਮ ਵੀ ਰੱਖਿਆ ਹੈ ਪਰ ਕੋਈ ਪਤਾ ਨਹੀਂ ਲੱਗਦਾ ਘੋੜਾ ਕਿਸ ਥਾਂ ਤੋਂ ਚੋਰੀ ਹੋਇਆ ਹੈ। ਭਾਈ ਬਿਧੀ ਚੰਦ ਦਾ ਸਵਾਲ ਸੀ। ਜੀ ਸ਼ਾਹੀ ਤਬੇਲੇ ਵਿੱਚੋਂ। ਭਾਈ ਜੀ ਨੇ ਸੁਨਹਿਰੀ ਮੌਕਾ ਜਾਤਾ। ਉਹਨਾਂ ਨੇ ਉਸੇ ਵੇਲੇ ਨੇਤਰ ਬੰਦ ਕੀਤੇ। 3-4 ਮਿੰਟ ਪਿੱਛੋਂ
ਘੋੜੇ ਦਾ ਰੰਗ, ਕੱਦ, ਚੋਰੀ ਕਰਨ ਦਾ ਸਮਾਂ ਤੇ ਚੋਰੀ ਕਰਨ ਵਾਲੇ ਦਾ ਹੁਲੀਆ ਸੱਚ-ਸੱਚ ਦੱਸ ਦਿੱਤਾ। ਇਹ ਪਤੇ ਦੀਆਂ ਗੱਲਾਂ ਸੁਣ ਕੇ ਦਰੋਗਾ ਤਾਂ ਭਾਈ ਜੀ ਦੇ ਚਰਨੀ ਡਿੱਗਾ ਤੇ ਉਸਨੇ ਬੇਨਤੀ ਕੀਤੀ, ਖੁਦਾ ਦੇ ਨੇਕ ਬੰਦੇ, ਪੀਰਾਂ ਦੇ ਪੀਰ, ਮੈਨੂੰ ਇਹ ਦੱਸੋ ਘੋੜਾ ਕਿੱਥੇ ਹੈ? ਅਸੀਂ ਜਾਨਵਰਾਂ ਦੀ ਬੋਲੀ ਜਾਣਦੇ ਹਾਂ। ਸ਼ਹਿਰ ਦੇ ਹਾਕਮ ਨੂੰ ਕੋਲ ਸੱਦੋ, ਅਸਾਂ ਨੂੰ ਉਸ ਤਬੇਲੇ ਵਿੱਚ ਲੈ ਚੱਲੋ ਜਿੱਥੋਂ ਘੋੜਾ ਚੋਰੀ ਕੀਤਾ ਗਿਆ ਹੈ। ਉਸ ਦੇ ਸਾਥੀ ਘੋੜੇ ਨੂੰ ਦੇਖ ਕੇ ਉਹਦੇ ਕੋਲੋਂ ਪੁੱਛ ਕੇ ਫਿਰ ਦੱਸ ਸਕਦੇ ਹਾਂ ਉਹ ਘੋੜਾ ਕਿਸ ਥਾਂ ਤੇ ਕਿਸ ਦੇ ਪਾਸ ਹੈ। ਅੰਨਾ ਕੀ ਭਾਲੇ ਦੋ ਅੱਖੀਆਂ। ਦਰੋਗੇ ਨੂੰ ਤਾਂ ਖੁਸ਼ੀਆਂ ਚੜ ਗਈਆਂ, ਉਹ ਵੀ ਤਾਂ ਇਹੋ ਕੁਝ ਚਾਹੁੰਦਾ ਸੀ। ਉਹ ਨੱਠਾ ਕਾਸਮ ਬੇਗ ਕੋਲ ਗਿਆ ਤੇ ਉਸ ਨੂੰ ਸਾਰਾ ਹਾਲ ਦੱਸਿਆ ਕਿ ਕੋਈ ਨਜੂਮੀਆਂ ਆਇਆ ਹੈ। ਉਹ ਘੋੜੇ ਦੀਆਂ ਸਾਰੀਆਂ ਨਿਸ਼ਾਨੀਆਂ ਦੱਸਦਾ ਹੋਇਆ ਇਹ ਕਹਿੰਦਾ ਹੈ ਕਿ ਉਹ ਜ਼ਰੂਰ ਦੱਸ ਦੇਵੇਗਾ ਕਿ ਘੋੜਾ ਕਿੱਥੇ ਹੈ, ਪਰ ਉਹ ਸ਼ਾਹੀ ਤਬੇਲੇ ਵਿੱਚ ਜਾਣਾ ਚਾਹੁੰਦਾ ਹੈ। ਇਹ ਵੀ ਆਖਦਾ ਹੈ ਤੁਸੀਂ ਕੋਲ ਹੋਵੋ। ਦਰੋਗੇ ਦੀਆਂ ਗੱਲਾਂ ਸੁਣ ਕੇ ਕਾਸਮ ਬੇਗ ਤਬੇਲੇ ਵਿੱਚ ਪੁੱਜਾ ਤੇ ਭਾਈ ਬਿਧੀ ਚੰਦ ਜੀ ਨੂੰ ਵੀ ਉੱਥੇ ਸੱਦਿਆ ਗਿਆ। ਭਾਈ ਬਿਧੀ ਚੰਦ ਜੀ ਨੇ ਤਬੇਲੇ ਵਿੱਚ ਜਾ ਕੇ ਦੇਖਿਆ, ਸੱਚਮੁੱਚ ਦੂਸਰਾ ਘੋੜਾ ਵੀ ਉਦਾਸ ਸੀ। ਉਹ ਵੀ ਪੱਠੇ ਨਹੀਂ ਸੀ ਖਾਂਦਾ। ਉਸ ਦੀ ਪਿੱਠ ਉੱਤੇ ਹੱਥ ਫੇਰ ਕੇ ਭਾਈ ਬਿਧੀ ਚੰਦ ਜੀ ਨੇ ਘੋੜੇ ਨੂੰ ਆਖਿਆ, ਚਿੰਤਾ ਨਾ ਕਰ, ਤੇਰੇ ਵੀਰ ਨਾਲ ਤੈਨੂੰ ਛੇਤੀ ਹੀ ਮਿਲਾ ਦਿੱਤਾ ਜਾਵੇਗਾ। ਦੱਸ ਤਾਂ ਸਹੀ ਤੇਰਾ ਵੀਰ ਕਿੱਧਰ ਹੈ? ਇਹ ਆਖ ਕੇ ਘੋੜੇ ਦੇ ਕੰਨ ਨਾਲ ਕੰਨ ਲਾ ਦਿੱਤਾ, ਜਿਵੇਂ ਕਿ ਘੋੜੇ ਦੇ ਮਨ ਦੀ ਆਵਾਜ਼ ਸੁਣ ਰਹੇ ਹਨ। ਕੁਝ ਚਿਰ ਕੰਨ ਨਾਲ ਕੰਨ ਲਾ ਕੇ ਭਾਈ ਬਿਧੀ ਚੰਦ ਜੀ ਨੇ ਦਰੋਗੇ ਤੇ ਕਾਸਮ ਬੇਗ ਨੂੰ ਸੰਬੋਧਨ ਕਰਕੇ ਆਖਿਆ, ਘੋੜਾ ਆਖਦਾ ਹੈ ਮੇਰੀ ਪਿੱਠ ਉੱਤੇ ਸਵਾਰ ਹੋ, ਮੈਂ ਦੱਸਦਾ ਹਾਂ। ਇਸ ਵਾਸਤੇ ਤਬੇਲੇ ਨੂੰ ਜੰਦਰਾ ਮਾਰ ਦੇਵੋ, ਬਾਹਰੋਂ ਕੋਈ ਨਾ ਆਵੇ, ਤੁਸੀਂ ਮੇਰੇ ਕੋਲ ਖਲੋਵੋ। ਮੈਂ ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਬੁਰਜ ਉੱਪਰ ਖਲਿਆਰਦਾ ਹਾਂ। ਫਿਰ ਘੋੜਾ ਭਾਖਿਆ ਦੇਵੇਗਾ। ਜੋ ਭਾਖਿਆ ਦੇਵੇਗਾ ਸੋ ਮੈਂ ਤੁਸਾਂ ਨੂੰ ਦੱਸੀ ਜਾਵਾਂਗਾ। ਸੱਚ ਦੇ ਸੌਦੇ ਹਨ, ਨਾ ਡਰੋ ਤੇ ਨਾ ਸੰਸ਼ੇ ਵਿੱਚ ਪਵੋ। ਭਾਈ ਬਿਧੀ ਚੰਦ ਨੂੰ ਰਮਲੀਆ ਸਮਝ ਕੇ ਸਭ ਨੇ ਭਰੋਸਾ ਕਰ ਲਿਆ। ਦਰੋਗੇ ਤੇ ਕਾਸਮ ਬੇਗ ਤੋਂ ਬਿਨਾਂ ਸਭ ਆਦਮੀ ਬਾਹਰ ਚਲੇ ਗਏ ਤੇ ਤਬੇਲੇ ਦੇ ਵੱਡੇ ਦਰਵਾਜ਼ੇ ਨੂੰ ਜੰਦਰਾ ਮਾਰ ਦਿੱਤਾ। ਉਹੋ ਹੀ ਰਸਤਾ ਘੋੜਿਆਂ ਦੇ ਬਾਹਰ ਜਾਣ ਦਾ ਸੀ। ਜਦੋਂ ਦਰਵਾਜ਼ੇ ਵੱਜ ਗਏ ਤਾਂ ਰਮਲੀਏ ਦੇ ਰੂਪ ਵਿੱਚ ਭਾਈ ਬਿਧੀ ਚੰਦ ਜੀ ਘੋੜੇ ਉੱਪਰ ਸਵਾਰ ਹੋਏ। ਉਸ ਨੂੰ ਬੁਰਜ ਉੱਪਰ ਖਲਿਆਰ ਕੇ ਕਾਸਮ ਬੇਗ ਨੂੰ ਬਹੁਤ ਉੱਚੀ ਕਿਹਾ, ਹੇ ਸੂਬੇਦਾਰ ਲਾਹੌਰ, ਘੋੜਾ ਭਾਖਿਆ ਦਿੰਦਾ ਹੈ ਕਿ ਇਹ ਘੋੜੇ ਦੋਵੇਂ ਸਕੇ ਭਰਾ ਸਨ। ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਜੋ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਹਨ ਤੇ ਜਿਸ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ, ਉਹਨਾਂ ਵਾਸਤੇ ਭਾਈ ਕਰੋੜੀਏ ਨੇ ਇਹ ਘੋੜੇ ਪਾਲੇ ਸਨ ਤੇ ਕਾਬਲੋਂ ਲੈ ਕੇ ਆਇਆ ਸੀ। ਇਹਨਾਂ ਦੋਹਾਂ ਘੋੜਿਆਂ ਨੂੰ ਤੁਸਾਂ ਉਸ ਪਾਸੋਂ ਧੱਕੇ ਨਾਲ ਖੋਹ ਲਿਆ। ਉਹ ਰੋਂਦਾ ਹੋਇਆ ਸਤਿਗੁਰਾਂ ਜੀ ਦੇ ਦਰਬਾਰ ਪੁੱਜਾ। ਉਸਨੇ ਰੋਣੇ ਨੂੰ ਦੇਖ ਕੇ ਸਤਿਗੁਰੂ ਜੀ ਦੇ ਸਿੱਖ ਭਾਈ ਬਿਧੀ ਚੰਦ ਨੇ ਸਤਿਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਉਹ ਘੋੜਿਆਂ ਨੂੰ ਲੈ ਆਉਂਦਾ ਹੈ। ਪਹਿਲਾ ਘੋੜਾ ਬਿਧੀ ਚੰਦ ਘਾਹੀ ਬਣ ਕੇ ਲੈ ਗਿਆ ਤੇ ਦੂਸਰਾ ਹੁਣ ਰਮਲੀਆ ਨਜੂਮੀਆਂ ਬਣ ਕੇ ਲੈ ਚੱਲਿਆ ਹੈ। ਸੱਚੇ ਪਾਤਸ਼ਾਹ ਦੇ ਘੋੜੇ ਸੱਚੇ ਪਾਤਸ਼ਾਹ ਕੋਲ ਚੱਲੇ ਹਨ। ਇਹ ਆ ਕੇ ਭਾਈ ਬਿਧੀ ਚੰਦ ਨੇ ਘੋੜੇ ਨੂੰ ਅੱਡੀ ਮਾਰੀ ਤੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜ਼ੁਬਾਨੋਂ ਸਤਨਾਮ ਵਾਹਿਗੁਰੂ ਆ ਕੇ ਘੋੜੇ ਕੋਲੋਂ ਕਿਲੇ ਦੇ ਬੁਰਜ ਉੱਪਰੋਂ ਛਾਲ ਮਰਵਾ ਦਿੱਤੀ। ਬੁਰਜ ਦੇ ਹੇਠਾਂ ਦਰਿਆ ਵਗਦਾ ਸੀ। ਉਸ ਵਿੱਚ ਘੋੜਾ ਤੇ ਭਾਈ ਬਿਧੀ ਚੰਦ ਪਹਿਲਾਂ ਹੇਠਾਂ ਗਏ ਤੇ ਫਿਰ ਉੱਪਰ ਆਏ। ਮੁੜ ਪਾਰ ਜਾ ਲੱਗੇ। ਕਾਸਮ ਬੇਗ ਤੇ ਦਰੋਗਾ ਦੇਖਦੇ ਹੀ ਰਹਿ ਗਏ। ਘਬਰਾਹਟ ਵਿੱਚ ਉਹਨਾਂ ਦੇ ਮੂੰਹੋਂ ਇਹ ਵੀ ਨਾ ਨਿਕਲਿਆ, ਚੋਰ ਚੋਰ, ਨੱਠੋ ਫੜੋ। ਇੰਨਾ ਵੀ ਨਾ ਕਹਿ ਸਕੇ। ਭਾਈ ਬਿਧੀ ਚੰਦ ਘੋੜੇ ਨੂੰ ਪਵਨ ਰੂਪ ਉਡਾ ਕੇ ਸਤਿਗੁਰੂ ਜੀ ਦੇ ਪਾਸ ਲੈ ਆਇਆ। ਇਸ ਅਦੁੱਤੀ ਬਹਾਦਰੀ ਨੇ ਭਾਈ ਬਿਧੀ ਚੰਦ ਜੀ ਦਾ ਨਾਮ ਰੋਸ਼ਨ ਕਰ ਦਿੱਤਾ ਔਰ ਵਿਧੀਆਂ ਬਣਾਉਣ ਵਾਲੇ ਭਾਈ ਬਿਧੀ ਚੰਦ ਜੀ ਨੂੰ ਸਤਿਗੁਰਾਂ ਆਖਿਆ, ਬਿਧੀ ਚੰਦ ਆ ਮੇਰੇ ਸੀਨੇ ਨਾਲ ਲੱਗ।
ਉੱਥੇ ਫਿਰ ਵਰ ਦਿੱਤਾ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਨਾਮ ਮਨ ਭੀਨਾ। ਸਤਿਗੁਰੂ ਨੇ ਵਰ ਦਿੱਤੇ ਕਿ ਭਾਈ ਤੂੰ ਮੇਰਾ ਸੀਨਾ ਹੈ, ਨਾਮ ਵਿੱਚ ਭਿੱਜਾ ਰਹੇਗਾ, ਨਾਮ ਵਿੱਚ ਇੱਕ ਮਿੱਕ ਹੋਇਆ ਰਤਿਆ ਰਵੇਂਗਾ। ਤੇਰੇ ਤੇ ਸਤਿਗੁਰੂ ਦੀ ਅਪਾਰ ਕਿਰਪਾ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ।